ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੀ ਲਿਬਰਲ ਸਰਕਾਰ 'ਚ ਤਬਦੀਲੀ ਦੀ ਤਿਆਰੀ, ਟਰੂਡੋ ਕਰਨ ਲੱਗੇ ਆਪਣੇ ਮੰਤਰੀ ਮੰਡਲ 'ਚ ਵੱਡਾ ਫੇਰਬਦਲ। ਲਿਬਰਲ ਐਮਪੀ ਕੈਰੋਲਿਨ ਬੈਨੇਟ ਦਾ ਦੁਬਾਰਾ ਚੋਣ ਨਾ ਲੜਨ ਦਾ ਐਲਾਨ। ਫੈਡਰਲ ਕੰਜ਼ਰਵੇਟਿਵਜ਼ ਨੇ ਐਮਪੀ ਬੌਬ ਬੈਨਜ਼ੇਨ ਦੁਆਰਾ ਪਿਛਲੇ ਸਾਲ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀਟ ਜਿੱਤੀ। ਲਿਬਰਲ ਉਮੀਦਵਾਰ ਇਲੀਅਟ ਵੈਨਸਟੀਨ ਅਤੇ ਐਨਡੀਪੀ ਉਮੀਦਵਾਰ ਗੁਰਮੀਤ ਭੱਚੂ ਦੂਜੇ ਤੇ ਤੀਜੇ ਲਈ ਵਰਚੁਅਲ ਟਾਈ 'ਚ। ਜਲਵਾਯੂ ਪਰਿਵਰਤਨ ਦੇ ਅਸਰ ਹੇਠ ਕੈਨੇਡਾ, ਇੱਕ ਪਾਸੇ ਜੰਗਲ ਦੀ ਭਿਆਨਕ ਅੱਗ ਤੇ ਦੂਜੇ ਪਾਸੇ ਨੋਵਾ ਸਕੋਸ਼ੀਆ 'ਚ ਵਿਨਾਸ਼ਕਾਰੀ ਹੜ੍ਹ। ਮੀਂਹ ਨਾਲ 25 ਪੁਲ ਨੁਕਸਾਨੇ ਗਏ ਤੇ 50 ਦੇ ਕਰੀਬ ਸੜਕਾਂ ਹੋਈਆਂ ਤਬਾਹ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਓਨਟਾਰੀਓ ਪ੍ਰੋਵਿੰਸ ਨੂੰ ਸਿਟੀ ਆਫ ਟੋਰਾਂਟੋ ਲਈ ਵਧੇਰੇ ਯੋਗਦਾਨ ਪਾਉਣ ਲਈ ਕਿਹਾ। ਟੋਰਾਂਟੋ ਇਸ ਸਮੇਂ ਜੂਝ ਰਿਹਾ ਹੈ 1 ਬਿਲੀਅਨ ਦੇ ਨੇੜੇ ਤੇੜੇ ਬਜਟ ਦੀ ਘਾਟ ਦੀ ਸਮੱਸਿਆ ਨਾਲ। ਕੈਨੇਡਾ ਦੇ ਸਿਆਸੀ ਹਲਕਿਆਂ 'ਚ ਇੱਕ ਵਾਰ ਫੇਰ ਮੱਧਕਾਲੀ ਚੋਣਾਂ ਦੀ ਚੁੰਝ ਚਰਚਾ ਸ਼ੁਰੂ ਹੋ ਗਈ ਹੈ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੰਤਰੀਆਂ ਨੂੰ ਸਾਰੇ ਰੁਝੇਵੇਂ ਛੱਡ ਕੇ ਓਟਾਵਾ ਪਹੁੰਚਣ ਦੇ ਹੁਕਮ ਦਿੱਤੇ ਨੇ। ਸੀਬੀਸੀ ਦੀ ਰਿਪੋਰਟ ਮੁਤਾਬਕ ਟਰੂਡੋ ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ 'ਚ ਵੱਡਾ ਫੇਰਬਦਲ ਕਰ ਸਕਦੇ ਨੇ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ 2021 ਦੀਆਂ ਮੱਧਕਾਲੀ ਚੋਣਾਂ ਮਗਰੋਂ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਮੰਤਰੀ ਬਦਲੇ ਜਾਣਗੇ ਤੇ ਬਿਨਾਂ ਸ਼ੱਕ ਇਸ ਕਦਮ ਨੂੰ ਫੈਡਰਲ ਚੋਣਾਂ ਦੀ ਤਿਆਰੀ ਮੰਨਿਆ ਜਾ ਸਕਦਾ ਹੈ। ਉਧਰ ਦੂਜੇ ਪਾਸੇ ਲਿਬਰਲ ਐਮਪੀ ਕੈਰੋਲਿਨ ਬੈਨੇਟ ਨੇ ਮੰਤਰੀ ਮੰਡਲ 'ਚ ਮਹੱਤਵਪੂਰਨ ਫੇਰਬਦਲ ਤੋਂ ਪਹਿਲਾਂ ਐਲਾਨ ਕੀਤਾ ਹੈ ਕਿ ਉਹ ਦੁਬਾਰਾ ਚੋਣ ਨਹੀਂ ਲੜ ਰਹੇ। ਲੰਬੇ ਸਮੇਂ ਤੋਂ ਲਿਬਰਲ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਕੈਰੋਲਿਨ ਬੈਨੇਟ ਨੇ ਆਪਣੇ ਸਿਆਸੀ ਭਵਿੱਖ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ, ਮੈਂ ਪ੍ਰਧਾਨ ਮੰਤਰੀ ਨਾਲ ਸਾਂਝਾ ਕੀਤਾ ਹੈ ਕਿ ਮੈਂ ਅਗਲੀਆਂ ਚੋਣਾਂ 'ਚ ਦੁਬਾਰਾ ਚੋਣਾਂ ਨਹੀਂ ਲੜਾਂਗੀ। ਬੈਨੇਟ 1997 ਤੋਂ ਇੱਕ ਲਿਬਰਲ ਐਮਪੀ ਹੈ, ਜਿਸ ਨੇ ਉਸ ਨੂੰ ਲਿਬਰਲ ਕਾਕਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੈਂਬਰਾਂ 'ਚੋਂ ਇੱਕ ਬਣਾਇਆ। ਉਸਨੇ 3 ਵੱਖੋ ਵੱਖਰੇ ਲਿਬਰਲ ਪ੍ਰਧਾਨ ਮੰਤਰੀਆਂ ਦੇ ਅਧੀਨ ਕੰਮ ਕੀਤਾ ਹੈ ਤੇ ਰਾਸ਼ਟਰੀ ਚੋਣਾਂ 'ਚ ਲਿਬਰਲ ਦੇ ਫੇਲ ਹੋਣ ਦੇ ਬਾਵਜੂਦ ਵੀ ਲਗਾਤਾਰ ਆਪਣੀ ਸੀਟ ਜਿੱਤੀ ਹੈ। ਉਹ ਇੱਕ ਡਾਕਟਰ ਦੇ ਤੌਰ ਤੇ ਲੰਬੇ ਕਰੀਅਰ ਤੋਂ ਬਾਅਦ ਰਾਜਨੀਤੀ 'ਚ ਆਈ ਸੀ। ਟਰੂਡੋ ਦੇ ਦਫ਼ਤਰ 'ਚ ਰਹਿਣ ਦੌਰਾਨ ਉਸਨੇ 2021 'ਚ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰੀ ਬਣਨ ਤੋਂ ਪਹਿਲਾਂ ਕਰਾਊਨ ਇੰਡੀਜੀਨੀਅਸ ਸਬੰਧਾਂ ਦੀ ਮੰਤਰੀ ਵਜੋਂ ਕੰਮ ਕੀਤਾ। ਮੰਤਰੀ ਮੰਡਲ 'ਚ ਫੇਰਬਦਲ ਬੁੱਧਵਾਰ ਨੂੰ ਹੋਣ ਦੀ ਉਮੀਦ ਹੈ। ਜੋ ਮੰਤਰੀ ਅਗਲੀਆਂ ਚੋਣਾਂ 'ਚ ਨਹੀਂ ਲੜ ਰਹੇ, ਉਹਨਾਂ ਨੂੰ ਆਮ ਤੌਰ ਤੇ ਕੈਬਨਿਟ 'ਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਫੈਡਰਲ ਕੰਜ਼ਰਵੇਟਿਵਜ਼ ਨੇ ਸੋਮਵਾਰ ਨੂੰ ਐਮਪੀ ਬੌਬ ਬੈਨਜ਼ੇਨ ਦੁਆਰਾ ਪਿਛਲੇ ਸਾਲ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀਟ ਤੇ ਜਿੱਤ ਪ੍ਰਾਪਤ ਕੀਤੀ ਹੈ। ਬੈਨਜ਼ੇਨ, ਜੋ ਕਿ 2017 'ਚ ਖੇਤਰ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਸੀ, ਨੇ ਐਲਾਨ ਕੀਤਾ ਕਿ ਉਹ ਕੈਲਗਰੀ ਹੈਰੀਟੇਜ 'ਚ ਆਪਣੀ ਸੀਟ ਤੋਂ ਅਸਤੀਫਾ ਦੇ ਦੇਵੇਗਾ ਤੇ ਪਿਛਲੇ ਸਾਲ ਦੇ ਅੰਤ 'ਚ ਨਿੱਜੀ ਜੀਵਨ 'ਚ ਵਾਪਸ ਆ ਜਾਵੇਗਾ। ਸਟੀਫਨ ਹਾਰਪਰ ਦੇ ਸਾਬਕਾ ਨੀਤੀ ਸਲਾਹਕਾਰ ਸ਼ੁਵਲੋਏ ਮਜੂਮਦਾਰ ਅਤੇ ਸਾਬਕਾ ਕੰਜ਼ਰਵੇਟਿਵ ਵਿਦੇਸ਼ ਮੰਤਰੀ ਜੌਨ ਬੇਅਰਡ ਦੇ ਨਾਲ VOTING ਸਹੀ ਰਹੀ, ਜਿਸ ਨੇ 65% ਵੋਟਾਂ ਜਿੱਤੀਆਂ। ਮਜੂਮਦਾਰ ਨੇ ਉੱਚੀ ਆਵਾਜ਼ 'ਚ ਕਿਹਾ, ਅਸੀਂ ਅੱਜ ਰਾਤ ਜਸਟਿਨ ਟਰੂਡੋ ਨੂੰ ਇੱਕ ਸੁਨੇਹਾ ਭੇਜਿਆ ਹੈ ਨਾ। ਮੈਂ ਅੱਜ ਰਾਤ ਇੱਥੇ ਸਾਡੇ ਜਸ਼ਨ 'ਚ ਹਿੱਸਾ ਲੈਣ ਲਈ ਉਹਨਾਂ ਨੂੰ ਸੱਦਾ ਦੇਣ ਲਈ ਲਿਬਰਲ ਹੈੱਡਕੁਆਰਟਰ ਜਾਣਾ ਚਾਹੁੰਦਾ ਸੀ। ਸਿਰਫ ਸਮੱਸਿਆ ਇਹ ਸੀ ਕਿ ਕੈਲਗਰੀ ਤੋਂ ਬੀਜਿੰਗ ਲਈ ਕੋਈ ਸਿੱਧੀ ਉਡਾਣ ਨਹੀਂ ਸੀ। ਲਿਬਰਲ ਉਮੀਦਵਾਰ ਇਲੀਅਟ ਵੈਨਸਟੀਨ ਤੇ ਐਨਡੀਪੀ ਉਮੀਦਵਾਰ ਗੁਰਮੀਤ ਭੱਚੂ ਦੂਜੇ ਤੇ ਤੀਜੇ ਲਈ ਵਰਚੁਅਲ ਟਾਈ 'ਚ ਸਨ ਤੇ ਕੁਝ ਹੀ ਪੋਲ ਬਾਕੀ ਸਨ। 19 ਜੂਨ ਨੂੰ ਹੋਈਆਂ 4 ਜ਼ਿਮਨੀ ਚੋਣਾਂ ਨੇ ਵਧੇਰੇ ਧਿਆਨ ਖਿੱਚਿਆ, ਜਿੱਥੇ ਲਿਬਰਲ ਅਤੇ ਕੰਜ਼ਰਵੇਟਿਵਾਂ ਨੇ 2-2 ਜਿੱਤੀਆਂ ਸਨ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਓਨਟਾਰੀਓ ਪ੍ਰੋਵਿੰਸ ਨੂੰ ਸਿਟੀ ਆਫ ਟੋਰਾਂਟੋ ਲਈ ਵਧੇਰੇ ਯੋਗਦਾਨ ਪਾਉਣਾ ਚਾਹੀਦਾ ਹੈ। ਗੌਰਤਲਬ ਹੈ ਕਿ ਟੋਰਾਂਟੋ ਨੂੰ ਇਸ ਸਮੇਂ 1 ਬਿਲੀਅਨ ਦੇ ਨੇੜੇ ਤੇੜੇ ਬਜਟ ਦੀ ਘਾਟ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ। ਸਿਟੀ ਦੀ ਵੈਬਸਾਈਟ ਉੱਤੇ ਇੱਕ ਅਜਿਹਾ ਪੇਜ ਹੈ ਜਿਸ ਉੱਤੇ ਰੈਜ਼ੀਡੈਂਟਸ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਐਮਪੀਜ਼ ਉੱਤੇ ਦਬਾਅ ਪਾਉਣ ਤਾਂ ਕਿ ਫੈਡਰਲ ਸਰਕਾਰ ਮਹਾਮਾਰੀ ਕਾਰਨ ਪੈਦਾ ਹੋਈ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਉਹਨਾਂ ਦੀ ਵਧੇਰੇ ਵਿੱਤੀ ਮਦਦ ਕਰ ਸਕੇ। ਆਪਣੇ ਬਜਟ ਸੰਬੰਧੀ ਘਾਟਿਆਂ ਨੂੰ ਪੂਰਾ ਕਰਨ ਲਈ ਸਿਟੀ ਆਫ ਟੋਰਾਂਟੋ ਵੱਲੋਂ ਫੈਡਰਲ ਸਰਕਾਰ ਤੋਂ ਮੰਗੀ ਗਈ ਮਾਲੀ ਮਦਦ ਤੋਂ ਬਾਅਦ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਹੈ ਕਿ ਓਨਟਾਰੀਓ ਪ੍ਰੋਵਿੰਸ ਨੂੰ ਸਿਟੀ ਆਫ ਟੋਰਾਂਟੋ ਲਈ ਵਧੇਰੇ ਯੋਗਦਾਨ ਪਾਉਣਾ ਚਾਹੀਦਾ ਹੈ। 12 ਜੁਲਾਈ ਨੂੰ ਅਹੁਦਾ ਸਾਂਭਣ ਵਾਲੀ ਟੋਰਾਂਟੋ ਦੀ ਨਵੀਂ ਮੇਅਰ ਓਲੀਵੀਆ ਚਾਓ ਨੇ ਆਖਿਆ ਕਿ ਸ਼ਹਿਰ ਵਿੱਚ ਸ਼ੈਲਟਰ ਬੈੱਡਸ ਦੀ ਘਾਟ ਦਾ ਸੰਕਟ ਖੜਾ ਹੋਇਆ ਪਿਆ ਹੈ।
ਕਈ ਹਫ਼ਤਿਆਂ ਤੋਂ ਪਨਾਹ ਲੈਣ ਦੇ ਚਾਹਵਾਨ ਦਰਜਨਾਂ ਲੋਕ ਸਿਟੀ ਦੇ ਸ਼ੈਲਟਰ ਹੋਮਸ ਦੇ ਬਾਹਰ ਸੌਣ ਲਈ ਮਜਬੂਰ ਨੇ। ਇਸ ਲਈ ਨਿਊ ਕਮਰਸ ਨੂੰ ਸਿਰ ਤੇ ਛੱਤ ਮੁਹੱਈਆ ਕਰਵਾਉਣ ਲਈ ਸਿਟੀ ਆਫ ਟੋਰਾਂਟੋ ਵੱਲੋਂ ਫੈਡਰਲ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟੋਰਾਂਟੋ ਨੂੰ ਇਸ ਸਮੇਂ 1 ਬਿਲੀਅਨ ਦੇ ਨੇੜੇ ਤੇੜੇ ਬਜਟ ਦੀ ਘਾਟ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ। ਸਿਟੀ ਦੀ ਵੈਬਸਾਈਟ ਉੱਤੇ ਇੱਕ ਅਜਿਹਾ ਪੇਜ ਹੈ ਜਿਸ ਉੱਤੇ ਰੈਜ਼ੀਡੈਂਟਸ ਨੂੰ ਆਖਿਆ ਗਿਆ ਹੈ ਕਿ ਉਹ ਆਪਣੇ ਐਮਪੀਜ਼ ਉੱਤੇ ਦਬਾਅ ਪਾਉਣ ਤਾਂ ਕਿ ਫੈਡਰਲ ਸਰਕਾਰ ਮਹਾਮਾਰੀ ਕਾਰਨ ਪੈਦਾ ਹੋਈ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਉਹਨਾਂ ਦੀ ਵਧੇਰੇ ਵਿੱਤੀ ਮਦਦ ਕਰ ਸਕੇ। ਵੈਬਸਾਈਟ ਉੱਤੇ ਇਹ ਵੀ ਆਖਿਆ ਗਿਆ ਹੈ ਕਿ ਫੈਡਰਲ ਸਰਕਾਰ ਦੀ ਮਦਦ ਤੋਂ ਬਿਨਾਂ ਭਵਿੱਖ 'ਚ ਫਰੰਟਲਾਈਨ ਸਰਵਿਸਿਜ਼ ਲਈ ਸਿਟੀ ਦੀ ਫੰਡਿੰਗ ਪ੍ਰਭਾਵਿਤ ਹੋਵੇਗੀ। ਸੋਮਵਾਰ ਨੂੰ ਚਾਓ ਨੂੰ ਲਿਖੇ ਪੱਤਰ 'ਚ ਫ੍ਰੀਲੈਂਡ ਨੇ ਆਖਿਆ ਕਿ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਹੋਣ ਤੋਂ ਇਲਾਵਾ ਟੋਰਾਂਟੋ ਦੀ ਨੁਮਾਇੰਦਗੀ ਕਰਨ ਵਾਲੀ ਐਮਪੀ ਹੋਣ ਵਜੋਂ ਉਹ ਸਮਝਦੀ ਹੈ ਕਿ ਇਸ ਸਮੇਂ ਸਿਟੀ ਆਫ ਟੋਰਾਂਟੋ ਮੁਸ਼ਕਲ ਘੜੀ ਵਿੱਚੋਂ ਲੰਘ ਰਹੀ ਹੈ ਤੇ ਉਹਨਾਂ ਇਹ ਯਕੀਨ ਵੀ ਦਿਵਾਇਆ ਕਿ ਫੈਡਰਲ ਸਰਕਾਰ ਹਰ ਵੇਲੇ ਸਿਟੀ ਆਫ ਟੋਰਾਂਟੋ ਦੇ ਨਾਲ ਹੈ ਤੇ ਉਹਨਾਂ ਦੀ ਭਾਈਵਾਲੀ ਲਈ ਵਚਨਬੱਧ ਹੈ। ਫ੍ਰੀਲੈਂਡ ਨੇ ਇਹ ਵੀ ਆਖਿਆ ਕਿ ਹੋਰਨਾਂ ਤੋਂ ਇਲਾਵਾ ਫੈਡਰਲ ਸਰਕਾਰ ਇਨਫਰਾਸਟ੍ਰਕਚਰ, ਪਬਲਿਕ ਟ੍ਰਾਂਜ਼ਿਟ ਅਤੇ ਪਬਲਿਕ ਸੇਫਟੀ ਪ੍ਰੋਜੈਕਟਸ ਲਈ ਮਦਦ ਕਰਨੀ ਜਾਰੀ ਰੱਖੇਗਾ। ਪਰ ਉਹਨਾਂ ਇਹ ਵੀ ਕਿਹਾ ਕਿ ਲੋੜ ਪੈਣ ਤੇ ਆਰਥਿਕ ਪੱਖ ਤੋਂ ਟੋਰਾਂਟੋ ਦੀ ਮਦਦ ਓਨਟਾਰੀਓ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਹੈ। ਫੈਡਰਲ ਸਰਕਾਰ ਦੀ ਵੀ ਖਰਚਾ ਕਰਨ ਦੀ ਸਮਰੱਥਾ ਅਸੀਮਤ ਨਹੀਂ ਹੈ। ਫ੍ਰੀਲੈਂਡ ਨੇ ਇਹ ਵੀ ਆਖਿਆ ਕਿ ਮਹਾਮਾਰੀ ਦੌਰਾਨ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਮਦਦ ਕਾਰਨ ਇਸ ਸਮੇਂ ਓਨਟਾਰੀਓ ਸਰਕਾਰ ਵਿੱਤੀ ਪੱਖੋਂ ਵਧੀਆ ਸਥਿਤੀ 'ਚ ਹੈ। ਫ੍ਰੀਲੈਂਡ ਨੇ ਆਖਿਆ ਕਿ ਟੋਰਾਂਟੋ ਦੀਆਂ ਬਜਟ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਉਹਨਾਂ ਵੱਲੋਂ ਪਹਿਲਾਂ ਵੀ ਤਤਕਾਲੀ ਮੇਅਰ ਜੌਨ ਟੋਰੀ ਤੇ ਡਿਪਟੀ ਮੇਅਰ ਮੈਕੈਲਵੀ ਨੂੰ ਇਹ ਆਖਿਆ ਗਿਆ ਸੀ ਕਿ ਓਨਟਾਰੀਓ ਸਰਕਾਰ ਦੀ ਇਹ ਸੰਵਿਧਾਨਕ ਜ਼ਿੰਮੇਵਾਰੀ ਵੀ ਬਣਦੀ ਹੈ ਤੇ ਉਹਨਾਂ ਕੋਲ ਵਿੱਤੀ ਸਮਰੱਥਾ ਵੀ ਹੈ ਕਿ ਉਹ ਟੋਰਾਂਟੋ ਦੀ ਆਰਥਿਕ ਪੱਖੋਂ ਮਦਦ ਕਰ ਸਕਣ। ਸਾਨੂੰ ਉਮੀਦ ਹੈ ਕਿ ਅਜਿਹਾ ਜਲਦ ਕੀਤਾ ਜਾਵੇਗਾ। ਇਸ ਦੌਰਾਨ ਪ੍ਰੀਮੀਅਰ ਡਗ ਫੋਰਡ ਦੇ ਆਫਿਸ ਵੱਲੋਂ ਜਾਰੀ ਬਿਆਨ 'ਚ ਤਰਜਮਾਨ ਕੈਟਲਿਨ ਕਲਾਰਕ ਨੇ ਆਖਿਆ ਕਿ ਟੋਰਾਂਟੋ ਲਈ ਆਪਰੇਸ਼ਨ ਫੰਡਿੰਗ ਅਤੇ ਮਹਾਮਾਰੀ ਦੌਰਾਨ ਪੈਦਾ ਹੋਏ ਦਬਾਅ ਨੂੰ ਘਟਾਉਣ ਲਈ ਮਦਦ ਦੀ ਮੰਗ ਫੋਰਡ ਸਰਕਾਰ ਪਹਿਲਾਂ ਹੀ ਪੂਰੀ ਕਰ ਚੁੱਕੀ ਹੈ ਤੇ ਵਾਧੂ ਫੰਡਿੰਗ ਲਈ ਹੀ ਉਹਨਾਂ ਨੂੰ ਫੈਡਰਲ ਸਰਕਾਰ ਦੀ ਮਦਦ ਲੈਣ ਲਈ ਆਖਿਆ ਗਿਆ ਸੀ। ਉਹਨਾਂ ਆਸ ਪ੍ਰਗਟਾਈ ਕਿ ਫੈਡਰਲ ਸਰਕਾਰ ਤੇ ਸਿਟੀ ਆਫ ਟੋਰਾਂਟੋ ਇਸ ਦਾ ਰਲ ਕੇ ਕੋਈ ਹੱਲ ਜ਼ਰੂਰ ਕੱਢ ਲੈਣਗੇ। ਫੈਡਰਲ ਸਰਕਾਰ ਨੇ ਜੈਵਿਕ ਬਾਲਣ ਕੰਪਨੀਆਂ ਲਈ ਖੋਜ ਅਤੇ ਵਿਕਾਸ ਟੈਕਸ ਰੋਕਾਂ ਨੂੰ ਉਪਲਬਧ ਰੱਖਣ ਦੀ ਯੋਜਨਾ ਬਣਾਈ ਹੈ। ਇਹ ਫੈਸਲਾ ਲਿਬਰਲਾਂ ਦੇ ਪਾਰਲੀਮਾਨੀ ਭਾਈਵਾਲਾਂ 'ਚ ਐਨਡੀਪੀ ਨੇ ਮੁਨਾਫਾ ਦੇਣ ਵਾਲੇ ਉਦਯੋਗਾਂ ਲਈ ਵਿੱਤੀ ਸਹਾਇਤਾ ਨੂੰ ਘਟਾਉਣ ਲਈ ਇੱਕ ਨਵੇਂ ਦ੍ਰਿਸ਼ਟੀਕੋਣ 'ਚ ਇੱਕ ਵੱਡੀ ਖਾਮੀ ਵਜੋਂ ਦੇਖਿਆ, ਜਿਸ ਦੇ ਉਤਪਾਦਾਂ ਨੇ ਜਲਵਾਯੂ ਸੰਕਟ ਪੈਦਾ ਕੀਤਾ ਹੈ। ਮੌਂਟਰੀਅਲ 'ਚ ਇੱਕ ਨਿਊਜ਼ ਕਾਨਫਰੰਸ 'ਚ ਵਾਤਾਵਰਣ ਮੰਤਰੀ ਸਟੀਵਨ ਗਿਲਬੋਰਟ ਨੇ ਕਿਹਾ ਕਿ ਸਰਕਾਰ 129 ਸੰਭਾਵਿਤ ਸਬਸਿਡੀਆਂ ਤੇ ਨਜ਼ਰ ਰੱਖ ਰਹੀ ਹੈ ਤੇ ਉਹਨਾਂ ਨੂੰ ਖਤਮ ਕਰਨ ਲਈ ਕਈਆਂ ਦੀ ਪਛਾਣ ਕੀਤੀ ਗਈ ਹੈ। ਉਸਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸਬਸਿਡੀਆਂ ਦੀ ਕੀਮਤ ਕਿੰਨੀ ਹੈ। ਹਾਲਾਂਕਿ ਇੱਕ ਸਰਕਾਰੀ ਸਰੋਤ ਨੇ ਦੱਸਿਆ ਸ਼ੁਰੂਆਤੀ ਵਿਸ਼ਲੇਸ਼ਣ ਸੁਝਾਅ ਦਿੰਦਾ ਹੈ ਕਿ ਨਵਾਂ ਫਰੇਮਵਰਕ ਜੈਵਿਕ ਈਂਧਣ ਸੈਕਟਰ ਲਈ ਜਨਤਕ ਸਮਰਥਨ ਨੂੰ ਲਗਭਗ $1 ਬਿਲੀਅਨ ਤੱਕ ਘਟਾ ਸਕਦਾ ਹੈ। ਫਿਰ ਵੀ ਕੁਝ ਵਾਤਾਵਰਣਵਾਦੀਆਂ ਅਤੇ ਵਿਰੋਧੀ ਐਨਡੀਪੀ ਨੇ ਯੋਜਨਾ ਬਾਰੇ ਸਵਾਲ ਉਠਾਏ ਨੇ, ਜਿਸ ਵਿੱਚ ਕਈ ਸ਼ਰਤਾਂ ਅਧੀਨ ਜੈਵਿਕ ਬਾਲਣ ਕੰਪਨੀਆਂ ਲਈ ਲਗਾਤਾਰ ਜਨਤਕ ਸਮਰਥਨ ਸ਼ਾਮਲ ਹੈ। ਦੁਨੀਆ ਦੇ ਪਹਿਲੇ ਸੁਪਰਸੋਨਿਕ ਕਮਰਸ਼ੀਅਲ ਜਹਾਜ਼ ਕੌਨਕੋਰਡ ਦੀ ਰਫ਼ਤਾਰ 2172 ਕਿਲੋਮੀਟਰ ਪ੍ਰਤੀ ਘੰਟਾ ਸੀ। ਹੁਣ ਲਗਭਗ 20 ਸਾਲਾਂ ਬਾਅਦ ਸਨ ਆਫ ਕੌਨਕੋਰਡ ਦੀ ਵਾਪਸੀ ਹੋਈ ਹੈ। ਨਾਸਾ ਨੇ ਇਸ ਨੂੰ X-59 ਦਾ ਨਾਮ ਦਿੱਤਾ ਹੈ, ਜਿਸ ਦੀ ਸਪੀਡ ਕੌਨਕੋਰਡ ਤੋਂ ਘੱਟ ਹੋਵੇਗੀ। ਇਸ ਤੋਂ ਇਲਾਵਾ ਬ੍ਰਿਟਿਸ਼ ਹਵਾਬਾਜ਼ੀ ਮਾਹਿਰ ਅਜਿਹੇ ਜਹਾਜ਼ ਦੀ ਕਲਪਨਾ ਕਰ ਰਹੇ ਨੇ ਜੋ 2 ਘੰਟੇ ਤੋਂ ਵੀ ਘੱਟ ਸਮੇਂ 'ਚ ਦੁਨੀਆ ਦੇ ਕਿਸੇ ਵੀ ਕੋਨੇ 'ਚ ਪਹੁੰਚ ਜਾਵੇਗਾ। ਇਸ ਦੀ ਸਪੀਡ ਹੈਰਾਨੀਜਨਕ ਹੋਵੇਗੀ। ਕੈਨੇਡੀਅਨਜ਼ ਨੇ ਇਸ ਸਾਲ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਮਹਿਸੂਸ ਕੀਤਾ ਹੈ, ਕਿਉਂਕਿ ਇੱਕ ਪਾਸੇ ਜੰਗਲ ਦੀ ਭਿਆਨਕ ਅੱਗ ਤੇ ਦੂਜੇ ਪਾਸੇ ਨੋਵਾ ਸਕੋਸ਼ੀਆ 'ਚ ਵਿਨਾਸ਼ਕਾਰੀ ਹੜ੍ਹ। ਨੋਵਾ ਸਕੋਸ਼ੀਆ ਤੇ ਇਸ ਹਫ਼ਤੇ ਦੇ ਅੰਤ 'ਚ 250 ਮਿਲੀਮੀਟਰ ਤੱਕ ਬਾਰਿਸ਼ ਹੋਈ। ਗਰਜ ਤੂਫਾਨ ਦੀ ਇੱਕ ਲੜੀ ਚੱਲੀ, ਜਿਸ ਨਾਲ ਘੱਟੋ ਘੱਟ 2 ਲੋਕ ਮਾਰੇ ਗਏ ਤੇ ਪੂਰੇ ਸੂਬੇ 'ਚ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸ਼ਨੀਵਾਰ ਨੂੰ 2 ਬੱਚਿਆਂ ਸਮੇਤ 4 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ, ਜਦੋਂ ਉਹ 2 ਵਾਹਨ ਜਿਨ੍ਹਾਂ ਵਿੱਚ ਉਹ ਯਾਤਰਾ ਕਰ ਰਹੇ ਸਨ ਹੈਲੀਫੈਕਸ ਦੇ ਉੱਤਰ ਪੱਛਮ 'ਚ ਪਾਣੀ 'ਚ ਡੁੱਬ ਗਏ। ਭਾਰੀ ਮੀਂਹ ਨੇ
25 ਨੁਕਸਾਨੇ ਤੇ ਤਬਾਹ ਹੋਏ ਪੁਲਾਂ ਤੇ 50 ਦੇ ਕਰੀਬ ਸੜਕਾਂ ਨੂੰ ਤਬਾਹ ਕਰ ਦਿੱਤਾ। ਉਧਰ ਕਰੀਬ 2 ਮਹੀਨੇ ਪਹਿਲਾਂ ਰਿਕਾਰਡ ਤੋੜ ਅੱਗ ਨਾਲ ਕਰੀਬ 250 ਵਰਗ ਕਿਲੋਮੀਟਰ ਜ਼ਮੀਨ ਸੜ ਕੇ ਸੁਆਹ ਹੋ ਗਈ। ਸੂਬੇ 'ਚ ਗਰਮੀਆਂ ਦਾ ਤਾਪਮਾਨ ਵੀ ਆ ਰਿਹਾ ਹੈ ਜੋ ਆਮ ਨਾਲੋਂ ਵੱਧ ਗਰਮ ਹੈ। ਟੋਰਾਂਟੋ ਯੂਨੀਵਰਸਿਟੀ ਦੇ ਵਾਯੂਮੰਡਲ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਕੈਂਟ ਮੂਰ ਨੇ ਕਿਹਾ ਹੈ ਕਿ ਵੱਧ ਰਿਹਾ ਤਾਪਮਾਨ ਜੰਗਲੀ ਅੱਗ ਤੇ ਭਾਰੀ ਬਾਰਿਸ਼ ਵਿਚਕਾਰ ਇੱਕ ਸਬੰਧ ਹੈ। ਉਸਨੇ ਕਿਹਾ ਕਿ ਵੱਧਦੇ ਤਾਪਮਾਨ ਕਾਰਨ ਸੁੱਕੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ। ਜੰਗਲੀ ਅੱਗ ਦੇ ਜ਼ੋਖਮ ਨੂੰ ਵਧਾਉਂਦਾ ਹੈ, ਪਰ ਗਰਮ ਮੌਸਮ ਵਾਤਾਵਰਣ ਦੀ ਨਮੀ ਨੂੰ ਰੱਖਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ, ਜਿਸ ਨਾਲ ਭਾਰੀ ਮੀਂਹ ਪੈਂਦਾ ਹੈ ਜੋ ਹੜ੍ਹਾਂ ਦਾ ਕਾਰਨ ਬਣ ਸਕਦਾ ਹੈ। ਉਸਨੇ ਇਹ ਵੀ ਕਿਹਾ ਕਿ ਵਿਗਿਆਨੀਆਂ ਨੇ ਕਈ ਸਾਲਾਂ ਤੋਂ ਭਵਿੱਖਬਾਣੀ ਕੀਤੀ ਹੈ ਕਿ ਜਿਵੇਂ ਹੀ ਅਸੀਂ ਗ੍ਰੀਨ ਹਾਊਸ ਗੈਸਾਂ ਨੂੰ ਵਾਯੂਮੰਡਲ 'ਚ ਪੰਪ ਕਰਨਾ ਜਾਰੀ ਰੱਖਦੇ ਹਾਂ, ਅਸੀਂ ਇੱਕ ਤਪਸ਼ ਦੇਖਣ ਜਾ ਰਹੇ ਹਾਂ ਅਤੇ ਇਹ ਸ਼ਾਇਦ ਹੋਰ ਗੰਭੀਰ ਸਥਿਤੀਆਂ ਵੱਲ ਲੈ ਜਾਵੇਗਾ। ਪਿਛਲੇ ਹਫ਼ਤੇ ਹੀਥਰੋ 에ਅਰਪੋਰਟ ਤੋਂ ਗ੍ਰਿਫਤਾਰ ਕੀਤੇ ਗਏ ਕੈਨੇਡੀਅਨ ਵਿਅਕਤੀ ਉੱਪਰ ਅੱਤਵਾਦ ਦੇ ਦੋਸ਼ ਆਇਦ ਕਰ ਦਿੱਤੇ ਗਏ ਨੇ। ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੀ ਅੱਤਵਾਦ ਰੋਕੂ ਇਕਾਈ ਦੇ ਚੀਫ ਨਿਕ ਪ੍ਰਾਈਸ ਨੇ ਕਿਹਾ ਕਿ CPS ਨੇ ਅੰਜਮ ਚੌਧਰੀ ਤੇ ਖਾਲਦ ਹੁਸੈਨ ਉੱਪਰ ਅੱਤਵਾਦੀ ਕਾਨੂੰਨ ਦੇ ਤਹਿਤ ਦੋਸ਼ ਮਨਜ਼ੂਰ ਕਰ ਦਿੱਤੇ ਨੇ। ਨਿਕ ਨੇ ਕਿਹਾ ਇਹ ਦੋਸ਼ ਪਾਬੰਦੀਸ਼ੁਦਾ ਸੰਗਠਨ ਅਲ ਮੁਹਾਜਿਰੂਨ ਨਾਲ ਸੰਬੰਧਿਤ ਨੇ, ਜਿਸ ਨੂੰ ਇਸਲਾਮਿਕ ਥਿੰਕਰਜ਼ ਸੁਸਾਇਟੀ ਵੀ ਕਿਹਾ ਜਾਂਦਾ ਹੈ। ਇੱਕ ਬਿਆਨ 'ਚ ਸਕਾਟਲੈਂਡ ਯਾਰਡ ਨੇ ਦੱਸਿਆ ਕਿ 28 ਸਾਲ ਦਾ ਖਾਲਿਦ ਹੁਸੈਨ ਐਡਮੰਟਨ ਦਾ ਰਹਿਣ ਵਾਲਾ ਹੈ ਤੇ 56 ਸਾਲ ਦਾ ਅੰਜਮ ਚੌਧਰੀ ਇੱਕ ਬ੍ਰਿਟਿਸ਼ ਨਾਗਰਿਕ ਹੈ ਅਤੇ ਉਹ ਪੱਛਮੀ ਲੰਡਨ ਦਾ ਰਹਿਣ ਵਾਲਾ ਹੈ। ਖਾਲਿਦ ਤੇ ਪਾਬੰਦੀਸ਼ੁਦਾ ਸੰਗਠਨ ਦਾ ਮੈਂਬਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਦੋਵੇਂ ਵਿਅਕਤੀ ਸੋਮਵਾਰ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਹੋਏ। ਅਦਾਲਤ ਨੇ ਸੁਣਿਆ ਕਿ ਹੁਸੈਨ 2 ਸਾਲਾਂ ਤੋਂ ਅਲ ਮੁਹਾਜਿਰੂਨ ਦਾ ਮੈਂਬਰ ਹੈ ਤੇ ਚੌਧਰੀ ਦੇ ਨਜ਼ਦੀਕੀ ਸੰਪਰਕ 'ਚ ਸੀ। ਅਸਲ ਵਿੱਚ ਉਸ ਲਈ ਕੰਮ ਕਰ ਰਿਹਾ ਸੀ। ਦੋਵਾਂ ਵਿਅਕਤੀਆਂ ਦੀ ਅਗਲੀ ਪੇਸ਼ੀ 4 ਅਗਸਤ ਨੂੰ ਹੋਣੀ ਹੈ ਤੇ ਉਦੋਂ ਤੱਕ ਉਹਨਾਂ ਨੂੰ ਹਿਰਾਸਤ 'ਚ ਭੇਜਿਆ ਜਾਣਾ ਹੈ। UK ਦੇ ਅੱਤਵਾਦ ਕਾਨੂੰਨ 2000 ਦੇ ਸੈਕਸ਼ਨ 11 ਅਤੇ 12 ਦੇ ਤਹਿਤ ਆਉਣ ਵਾਲੇ ਅਪਰਾਧ ਲਈ ਦੋਸ਼ੀ ਪਾਏ ਜਾਣ ਤੇ 14 ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ। ਸੈਕਸ਼ਨ 56 ਦੇ ਤਹਿਤ ਦੋਸ਼ੀ ਪਾਏ ਜਾਣ ਤੇ ਉਮਰ ਕੈਦ ਵੀ ਹੋ ਸਕਦੀ ਹੈ। ਦੱਖਣੀ ਨੇਵਾਡਾ ਦੇ ਇੱਕ ਸਟੇਟ ਪਾਰਕ 'ਚ 2 ਮਹਿਲਾ ਹਾਈਕਰਾਂ ਦੀਆਂ ਲਾਸ਼ਾਂ ਮਿਲੀਆਂ ਨੇ। ਨੇਵਾਡਾ ਸਟੇਟ ਪੁਲਿਸ ਨੇ ਹਾਈਕਰਾਂ ਦੀ ਪਛਾਣ ਜਾਂ ਮੌਤ ਦੇ ਸੰਭਾਵਿਤ ਕਾਰਨ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ। ਹਾਲਾਂਕਿ ਸਟੇਟ ਦਾ ਦੱਖਣੀ ਹਿੱਸਾ ਬਹੁਤ ਜ਼ਿਆਦਾ ਗਰਮੀ ਦੀ ਚੇਤਾਵਨੀ 'ਚ ਬਣਿਆ ਹੋਇਆ ਹੈ ਅਤੇ ਸ਼ਨੀਵਾਰ ਨੂੰ ਉੱਚ ਤਾਪਮਾਨ 144 ਡਿਗਰੀ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਦੁਪਹਿਰ 3 ਵਜੇ ਤੋਂ ਪਹਿਲਾਂ 2 ਔਰਤਾਂ ਲਈ ਜਾਂਚ ਕਰਨ ਲਈ ਕਿਹਾ ਗਿਆ ਸੀ, ਜਿਨ੍ਹਾਂ ਨੇ ਮੋਪਾ ਵੈਲੀ 'ਚ ਓਵਰਟਨ ਦੇ ਦੱਖਣ 'ਚ ਵੈਲੀ ਆਫ ਫਾਇਰ ਸਟੇਟ ਪਾਰਕ 'ਚ ਆਪਣੀ ਯਾਤਰਾ ਨੂੰ ਪੂਰਾ ਨਹੀਂ ਕੀਤਾ। ਹਾਈਕਰਾਂ ਦੇ ਇੱਕ ਸਮੂਹ ਨੇ ਸਵੇਰੇ ਔਰਤਾਂ ਨੂੰ ਪਗਡੰਡੀ 'ਚ ਦਾਖਲ ਹੁੰਦੇ ਦੇਖ ਕੇ ਰਿਪੋਰਟ ਕੀਤੀ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਜੋੜਾ ਵਾਪਸ ਨਹੀਂ ਆਇਆ ਤਾਂ ਉਹ ਚਿੰਤਿਤ ਹੋ ਗਏ। ਸਟੇਟ ਪੁਲਿਸ ਨੇ ਕਿਹਾ ਕਿ ਇੱਕ ਔਰਤ ਟ੍ਰੇਲ ਤੇ ਮ੍ਰਿਤਕ ਪਾਈ ਗਈ ਸੀ ਤੇ ਦੂਜੀ ਲਾਸ਼ ਇੱਕ ਘਾਟੀ 'ਚ ਮਿਲੀ ਸੀ। ਵੈਲੀ ਆਫ ਫਾਇਰ ਸਟੇਟ ਪਾਰਕ ਲਾਸ ਵੇਗਾਸ ਤੋਂ ਲਗਭਗ 65 ਮੀਲ ਉੱਤਰ ਪੂਰਬ ਵੱਲ ਹੈ। ਦੱਖਣੀ ਨੇਵਾਡਾ ਹੈਲਥ ਡਿਸਟ੍ਰਿਕਟ ਦੇ ਅਨੁਸਾਰ ਜੁਲਾਈ ਦੇ ਅੱਧ ਤੱਕ ਕਲਾਰਕ ਕਾਉਂਟੀ 'ਚ ਗਰਮੀ ਨਾਲ ਸੰਬੰਧਿਤ 7 ਮੌਤਾਂ ਹੋਈਆਂ ਨੇ। ਗੌਰਤਲਬ ਹੈ ਕਿ ਇੱਕ ਨਵੇਂ ਅਧਿਐਨ 'ਚ ਪਾਇਆ ਗਿਆ ਹੈ ਕਿ ਜਲਵਾਯੂ ਪਰਿਵਰਤਨ ਦੇ ਉਂਗਲਾਂ ਦੇ ਨਿਸ਼ਾਨ ਇਸ ਮਹੀਨੇ ਤੇਜ਼ ਗਰਮੀ ਦੀਆਂ ਲਹਿਰਾਂ ਤੇ ਨਜ਼ਰ ਆ ਰਹੇ ਨੇ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਮਰੀਕੀ ਦੱਖਣ ਪੱਛਮੀ ਅਤੇ ਦੱਖਣੀ ਯੂਰਪ 'ਚ ਘਾਤਕ ਗਰਮ ਸਪੈਲ ਹਵਾ 'ਚ ਗਰਮ ਕਰਨ ਵਾਲੀਆਂ ਗੈਸਾਂ ਦੇ ਨਿਯੰਤਰਣ ਨਿਰਮਾਣ ਤੋਂ ਬਿਨਾਂ ਨਹੀਂ ਹੋ ਸਕਦੇ ਸਨ। ਅਧਿਐਨ 'ਚ ਇਹ ਵੀ ਕਿਹਾ ਗਿਆ ਕਿ ਟੈਕਸਾਸ, ਕੈਲੀਫੋਰਨੀਆ, ਐਰੀਜ਼ੋਨਾ, ਨਿਊ ਮੈਕਸੀਕੋ, ਨੇਵਾਡਾ, ਬਾਜਾ ਕੈਲੀਫੋਰਨੀਆ, ਸੋਨੋਰਾ, ਚਿਊਆਹੁਆ ਅਤੇ ਕੋਆਹੁਏਲਾ ਹੁਣ ਜੋ ਖਾਸ ਤੌਰ ਤੇ ਤੀਬਰ ਗਰਮੀ ਦੀਆਂ ਲਹਿਰਾਂ ਵਿੱਚੋਂ ਲੰਘ ਰਹੇ ਨੇ। ਮੌਜੂਦਾ ਮੌਸਮ ਵਿੱਚ ਹਰ 15 ਸਾਲਾਂ ਵਿੱਚ ਇੱਕ ਵਾਰ ਹੋਣ ਦੀ ਸੰਭਾਵਨਾ ਹੈ। ਬਾਈਡਨ ਪ੍ਰਸ਼ਾਸਨ ਸਿਹਤ ਬੀਮਾ ਯੋਜਨਾਵਾਂ ਤੇ ਸ਼ਿਕੰਜਾ ਕੱਸਣ ਦੀ ਯੋਜਨਾ ਬਣਾ ਰਿਹਾ ਹੈ ਜੋ ਮੈਂਟਲ ਹੈਲਥ ਕੇਅਰ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਇਲਾਜ ਦੀ ਲੋੜ ਵਾਲੇ ਲੋਕਾਂ ਨਾਲ ਵਿਤਕਰਾ ਕਰਦੀਆਂ ਨੇ। ਸਿਹਤ ਅਤੇ ਮਨੁੱਖੀ ਸੇਵਾਵਾਂ, ਲੇਬਰ ਤੇ ਖਜ਼ਾਨਾ ਵਿਭਾਗ ਦੁਆਰਾ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਪ੍ਰਸਤਾਵਿਤ ਨਿਯਮ ਦਾ ਉਦੇਸ਼ ਸਿਹਤ ਬੀਮਾ ਕਰਤਾਵਾਂ ਨੂੰ ਮਾਨਸਿਕ ਸਿਹਤ ਸਮਾਨਤਾ ਅਤੇ ਨਸ਼ਾਖੋਰੀ ਇਕੁਇਟੀ ਐਕਟ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਾ ਹੈ।
ਉਹ ਕਾਨੂੰਨ ਜੋ 2008 ਚ ਪਾਸ ਕੀਤਾ ਗਿਆ ਸੀ ਲਈ ਬੀਮਾ ਯੋਜਨਾਵਾਂ ਦੀ ਲੋੜ ਹੁੰਦੀ ਹੈ ਜੋ ਮਾਨਸਿਕ ਸਿਹਤ ਦੇਖਭਾਲ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਇਲਾਜਾਂ ਨੂੰ ਕਵਰ ਕਰਦੇ ਨੇ ਤਾਂ ਜੋ ਇਹਨਾਂ ਸੇਵਾਵਾਂ ਲਈ ਉਸੇ ਪੱਧਰ ਦੀ ਕਵਰੇਜ ਦੀ ਪੇਸ਼ਕਸ਼ ਕੀਤੀ ਜਾ ਸਕੇ ਜਿਵੇਂ ਉਹ ਦੂਜੀਆਂ ਬਿਮਾਰੀਆਂ ਲਈ ਕਰਦੇ ਨੇ। ਵਾਈਟ ਹਾਊਸ ਦੀ ਘਰੇਲੂ ਨੀਤੀ ਸਲਾਹਕਾਰ ਨੀਰਾ ਟੰਡਨ ਨੇ ਸੋਮਵਾਰ ਨੂੰ ਇੱਕ ਕਾਲ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਬਹੁਤ ਸਾਰੇ ਬੀਮਾ ਕਰਤਾ ਕਾਨੂੰਨ ਤੋਂ ਬਚ ਰਹੇ ਨੇ ਅਤੇ ਮਰੀਜ਼ਾਂ ਲਈ ਮਾਨਸਿਕ ਸਿਹਤ ਦੇਖਭਾਲ ਤੱਕ ਪਹੁੰਚ ਕਰਨਾ ਮੁਸ਼ਕਲ ਬਣਾ ਰਹੇ ਨੇ। ਬੀਮਾ ਯੋਜਨਾਵਾਂ ਅਕਸਰ ਨੈੱਟਵਰਕ 'ਚ ਲੋੜੀਂਦੇ ਥੈਰੇਪਿਸਟ ਪ੍ਰਦਾਨ ਨਹੀਂ ਕਰਦੀਆਂ ਜੋ ਮਰੀਜ਼ਾਂ ਨੂੰ ਨੈੱਟਵਰਕ ਤੋਂ ਬਾਹਰ ਦੀ ਦੇਖਭਾਲ ਕਰਨ ਅਤੇ ਹੋਰ ਭੁਗਤਾਨ ਕਰਨ ਲਈ ਮਜਬੂਰ ਕਰਦੀਆਂ ਨੇ। ਮਰੀਜ਼ਾਂ ਨੂੰ ਵੀ ਅਕਸਰ ਇਲਾਜ ਕਰਵਾਉਣ ਲਈ ਆਪਣੇ ਬੀਮਾ ਕਰਤਾ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਜਾਂ ਉਹਨਾਂ ਦੇ ਦਾਅਵਿਆਂ ਨੂੰ ਬਿੱਲ ਦੇ ਨਾਲ ਛੱਡਣ ਤੋਂ ਇਨਕਾਰ ਕਰਨਾ ਪੈਂਦਾ ਹੈ। ਟੰਡਨ ਨੇ ਕਿਹਾ, ਇਸ ਦਾ ਮਤਲਬ ਹੈ ਕਿ ਲੱਖਾਂ ਲੋਕ ਜਿਨ੍ਹਾਂ ਕੋਲ ਬੀਮਾ ਹੈ ਉਹ ਜੇਬ ਦੇ ਵਿੱਚੋਂ ਭੁਗਤਾਨ ਕਰ ਰਹੇ ਨੇ ਜਦਕਿ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਦੇ ਅਨੁਸਾਰ ਅਮਰੀਕਾ 'ਚ 5 ਵਿੱਚੋਂ ਇੱਕ ਬਾਲਗ ਜਾਂ 58 ਮਿਲੀਅਨ ਲੋਕ ਮਾਨਸਿਕ ਬਿਮਾਰੀ ਨਾਲ ਰਹਿੰਦੇ ਨੇ। ਪ੍ਰਸਤਾਵਿਤ ਨਿਯਮ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਪਹਿਲਾਂ 60 ਦਿਨਾਂ ਦੀ ਜਨਤਕ ਸੁਝਾਅ ਦੀ ਮਿਆਦ ਹੋਵੇਗੀ। 50% ਤੋਂ ਵੱਧ ਮਰੀਜ਼ਾਂ ਨੇ ਰਿਪੋਰਟ ਕੀਤੀ ਕਿ ਉਹਨਾਂ ਦੇ ਬੀਮੇ ਨੇ ਮਾਨਸਿਕ ਸਿਹਤ ਜਾਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀਆਂ ਸੇਵਾਵਾਂ ਲਈ 3 ਜਾਂ ਵੱਧ ਵਾਰ ਕਵਰੇਜ ਤੋਂ ਇਨਕਾਰ ਕੀਤਾ। 33% ਦੇ ਮੁਕਾਬਲੇ ਜਿਨ੍ਹਾਂ ਨੇ ਸਰੀਰਕ ਸਿਹਤ ਦੇਖਭਾਲ ਲਈ ਇਹੀ ਰਿਪੋਰਟ ਕੀਤੀ ਅਤੇ ਸਰਵੇਖਣ ਕੀਤੇ ਗਏ ਲਗਭਗ 60% ਜਿਨ੍ਹਾਂ ਨੇ ਮਾਨਸਿਕ ਸਿਹਤ ਦੇਖਭਾਲ ਜਾਂ ਪਦਾਰਥਾਂ ਦੀ ਦੁਰਵਰਤੋਂ ਦੇ ਇਲਾਜ ਦੀ ਮੰਗ ਕੀਤੀ ਸੀ ਘੱਟੋ ਘੱਟ ਇੱਕ ਵਾਰ 'ਚ ਕੋਈ ਕੇਅਰ ਪ੍ਰਾਪਤ ਨਹੀਂ ਕੀਤੀ। ਕੈਨੇਡਾ ਦੀ ਲਿਬਰਲ ਸਰਕਾਰ 'ਚ ਤਬਦੀਲੀ ਦੀ ਤਿਆਰੀ, ਟਰੂਡੋ ਕਰਨ ਲੱਗੇ ਆਪਣੇ ਮੰਤਰੀ ਮੰਡਲ 'ਚ ਵੱਡਾ ਫੇਰਬਦਲ, ਲਿਬਰਲ ਐਮਪੀ ਕੈਰੋਲਿਨ ਬੈਨੇਟ ਦਾ ਦੁਬਾਰਾ ਚੋਣ ਨਾ ਲੜਨ ਦਾ ਐਲਾਨ। ਫੈਡਰਲ ਕੰਜ਼ਰਵੇਟਿਵਜ਼ ਨੇ ਐਮਪੀ ਬੌਬ ਬੈਨਜ਼ੇਨ ਦੁਆਰਾ ਪਿਛਲੇ ਸਾਲ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀਟ ਜਿੱਤੀ। ਲਿਬਰਲ ਉਮੀਦਵਾਰ ਇਲੀਅਟ ਵੈਨਸਟੀਨ ਅਤੇ ਐਨਡੀਪੀ ਉਮੀਦਵਾਰ ਗੁਰਮੀਤ ਭੱਚੂ ਦੂਜੇ ਤੇ ਤੀਜੇ ਲਈ ਵਰਚੁਅਲ ਟਾਈ 'ਚ। ਜਲਵਾਯੂ ਪਰਿਵਰਤਨ ਦੇ ਅਸਰ ਹੇਠ ਕੈਨੇਡਾ, ਇੱਕ ਪਾਸੇ ਜੰਗਲ ਦੀ ਭਿਆਨਕ ਅੱਗ ਤੇ ਦੂਜੇ ਪਾਸੇ ਨੋਵਾ ਸਕੋਸ਼ੀਆ 'ਚ ਵਿਨਾਸ਼ਕਾਰੀ ਹੜ੍ਹ, ਮੀਂਹ ਨਾਲ 25 ਪੁਲ ਨੁਕਸਾਨੇ ਗਏ ਤੇ 50 ਦੇ ਕਰੀਬ ਸੜਕਾਂ ਹੋਈਆਂ ਤਬਾਹ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਓਨਟਾਰੀਓ ਪ੍ਰੋਵਿੰਸ ਨੂੰ ਸਿਟੀ ਆਫ ਟੋਰਾਂਟੋ ਲਈ ਵਧੇਰੇ ਯੋਗਦਾਨ ਪਾਉਣ ਲਈ ਕਿਹਾ। ਟੋਰਾਂਟੋ ਇਸ ਸਮੇਂ ਜੂਝ ਰਿਹਾ ਹੈ 1 ਬਿਲੀਅਨ ਦੇ ਨੇੜੇ-ਤੇੜੇ ਬਜਟ ਦੀ ਘਾਟ ਦੀ ਸਮੱਸਿਆ ਨਾਲ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।